कि लंगरां दे विच साडे पीजे सुने होणगे, लगदे कनेडा दे ऐ बीजे सुने होणगे। बैरीगेटां पिछे घेर दूजा होना सुनिया ते ऑन रोड पाउंदे चौथे तीजे सुने होणगे। तभी ते छवि साडी साफ सुनी होगी, दब लैंदे दिल्ली रातों रात सुनी होगी। लीडरां दे मूहों अतवादी सुने होणगे ते BBC ते मंगदे आजादी सुने होणगे। मन्निया सोचां तो वखवादी दिल्लीए, किसान सुनिया जां अतवादी दिल्लीए। कि इन्हां दियां नाड़ां च चिट्टे दियां सूइयां रह गईयां, ਉਹ ਪੰਜਾਬ ने अज दिखाता। इन्हां दे बैरीगेट पट के तोड़ के इत्थे आए ने। पंजाब चों ਚੱਲੇ ਸੀ ਤਾਂ 6-6 ਮਹੀਨੇ ਦਾ ਰਾਸ਼ਨ ਅਸੀਂ ਰੱਖ ਕੇ ਚੱਲੇ ਸੀ, ਹਲੇ ਮੈਨੂੰ ਲੱਗਦਾ 6 ਮਹੀਨੇ ਪੂਰੇ ਨਹੀਂ ਹੋਏ। ਇੱਕ ਪਰਿਵਾਰ 'ਚ 7 ਮੈਂਬਰ ਨੇ ਤੇ 7 ਦੇ ਹੱਥਾਂ 'ਚ 8 ਮੋਬਾਈਲ ਹੋਣਗੇ, 10 ਵੀ ਹੋ ਜਾਣਗੇ, ਕਈ ਤਾਂ 2-2 3-3 ਵੀ ਰੱਖੀ ਬੈਠੇ ਐ। ਜੇ ਡਰਾਇੰਗ ਰੂਮ ਦੇ ਵਿੱਚ ਬੈਠੇ ਐ ਤਾਂ ਇੱਕ ਦੂਜੇ ਨਾਲ ਗੱਲ ਨਹੀਂ ਕਰਨਗੇ, ਮੋਬਾਈਲ ਦੇ ਵਿੱਚ ਬੜੇ ਰਹਿਣਗੇ। ਕਿਤੇ ਨਾ ਕਿਤੇ ਸਾਡੇ ਦੇ ਵਿੱਚ ਆਪਣੀਆਂ ਸਾਡੀਆਂ ਕਮੀਆਂ ਨੇ। ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਘੱਟ ਕਰਤੀਆਂ। ਪਿਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਸੰਘਰਸ਼ ਕਰ ਰਹੇ, ਉਦੋਂ ਬਾਅਦ 'ਚ ਸਾਡੇ 4-5 ਮਹੀਨਿਆਂ ਤੋਂ ਦਿੱਲੀ ਦਿਆਂ ਬਾਰਡਰਾਂ ਨੂੰ ਘੇਰੀ ਬੈਠੇ ਮੇਰੇ ਕਿਸਾਨ ਭਰਾ, ਮੇਰੀਆਂ ਭੈਣਾਂ, ਬਜ਼ੁਰਗ ਮਾਤਾਵਾਂ ਜਾਂ ਜਿਹੜੇ ਵੀਰ ਸਾਡੇ ਵਿੱਚੋਂ ਸ਼ਹੀਦ ਹੋ ਗਏ ਇਸ ਅੰਦੋਲਨ ਦੇ ਵਿੱਚ, ਉਹਨਾਂ ਦੀ ਯਾਦ ਵਿੱਚ ਇੱਕ ਹਾਂ ਦਾ ਨਾਰਾ ਬੁਲੰਦ ਕਰੀਏ। ਕਿਸਾਨ ਮਜ਼ਦੂਰ ਏਕਤਾ, किसान मजदूर एकता, नौजवान एकता, संयुक्त मोर्चा। ਉਹਦੇ ਨਾਲ ਅੱਜ ਸਾਡੇ ਖਾਲਸੇ ਦੀ ਸਿਰਜਣਾ ਦਿਵਸ ਹੈ। ਸਾਹਿਬ ਕਮਾਲ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਜਾਇਆ। ਪਹਿਲਾਂ 5 ਪਿਆਰੇ ਚੁਣੇ ਤੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਸ ਤੋਂ ਬਾਅਦ 'ਚ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਤੇ ਸਾਡੀ ਜਿਹੜੀ ਕੌਮ ਹੈ ਉਹ ਹੋਂਦ ਦੇ ਵਿੱਚ ਆਈ। ਤੇ ਨਾਲ ਦੀ ਨਾਲ ਸਾਨੂੰ ਇਹ ਦੱਸਿਆ ਕਿ ਜ਼ਿੰਦਗੀ 'ਚ ਮਜ਼ਲੂਮਾਂ ਦੇ ਨਾਲ ਖੜਨਾ ਹੈ, ਨਿਆਂ ਦੇ ਖਿਲਾਫ ਡਟ ਕੇ ਲੜਨਾ ਹੈ। ਸੋ ਇਹ ਜਿਹੜੀ ਲੜਾਈ ਹੈ ਇਹ ਉਸੇ ਹੀ ਨਿਆਂ ਦੇ ਖਿਲਾਫ ਪੰਜਾਬ ਨੇ ਵਿੱਢੀ ਹੋਈ ਹੈ। ਲੰਬੇ ਸਮੇਂ ਤੋਂ ਹਰ ਇੱਕ ਵਰਗ 4 ਸਾਲ ਦੇ ਜਵਾਕ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੱਕ ਹਰ ਇੱਕ ਵਰਗ ਬੜੀ ਸ਼ਿੱਦਤ ਨਾਲ ਇਸ ਅੰਦੋਲਨ ਦੇ ਵਿੱਚ ਡਟਿਆ ਹੋਇਆ, ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ। ਕਿਸੇ ਨੂੰ ਇਹ ਨਹੀਂ ਹੁੰਦਾ ਕਿ ਪੰਜਾਬ ਦੇ ਵਿੱਚ ਅਸੀਂ ਹੁਣ ਪਿਛਲੇ ਦਿਨਾਂ 'ਚ ਮਹਾ ਪੰਚਾਇਤਾਂ ਦਾ ਦੌਰ ਚੱਲ ਰਿਹਾ। ਅਸੀਂ ਪਹਿਲਾਂ ਦੇਖਦੇ ਹੁੰਦੇ ਸੀ ਕਿ ਕਿਸੇ ਲੀਡਰ ਨੇ ਜੇ ਰੈਲੀ ਕਰਨੀ ਹੈ ਤਾਂ ਉਹ ਮਹੀਨਾ ਪਹਿਲਾਂ ਮਿੰਨਤਾਂ ਕਰਨ ਲੱਗ ਜਾਂਦਾ ਕਿ ਆਓ ਯਾਰ ਇਕੱਠ ਕਰੀਏ, ਅੱਜ ਫਲਾਣੀ ਮੇਰੇ ਉੱਥੇ ਲੀਡਰ ਨੇ ਆਉਣਾ, ਅੱਜ ਮੇਰੇ ਨਾਲ ਚੱਲੋ। ਪਰ ਇਹ ਜਿਹੜੀਆਂ ਮਹਾ ਪੰਚਾਇਤਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ 20-20 ਹਜ਼ਾਰ ਬੰਦਾ ਆਪ ਮੁਹਾਰੇ ਪਹੁੰਚ ਰਿਹਾ। ਇੱਥੋਂ ਇਹ ਸ਼ਿੱਦਤ ਨਜ਼ਰ ਆਉਂਦੀ ਹੈ ਕਿ ਇਹਨਾਂ ਬਿੱਲਾਂ ਦੇ ਖਿਲਾਫ ਕਿੰਨਾ ਰੋਸ ਹੈ, ਕਿੰਨਾ ਵਿਰੋਧ ਹੈ। ਕਿਉਂਕਿ ਸਿੱਧੇ ਜਾਂ ਸਿੱਧੇ ਤੌਰ ਤੇ ਖੇਤੀ ਦੇ ਨਾਲ 80% ਲੋਕ ਜੁੜੇ ਹੋਏ ਨੇ। ਉਹ ਚਾਹੇ ਖੇਤੀ ਕਰਦੇ ਨੇ, ਚਾਹੇ ਖੇਤੀ ਤੋਂ ਆਪਦਾ ਕੰਮਕਾਰ ਜਰੀਏ ਚਲਾਉਂਦੇ ਨੇ, ਤਾਂ ਉਹ ਜੁੜੇ ਸਿੱਧੇ ਤੌਰ ਤੇ ਖੇਤਾਂ ਦੇ ਨਾਲ ਹੀ ਹੋਏ ਨੇ। ਜੇ ਇਹ ਬਿੱਲ ਗੌਰਮੈਂਟ ਪਾਸ ਕਰ ਦਿੰਦੀ ਹੈ ਤਾਂ ਮੈਨੂੰ ਲੱਗਦਾ ਵੀ ਇਸ ਮੁਲਕ ਦੇ ਵਿੱਚ ਭੁੱਖਮਰੀ ਵਰਗੀਆਂ ਭਿਆਨਕ ਬਿਮਾਰੀਆਂ ਸੰਕੇਤ ਆਉਣ ਦਾ ਵੀ ਖਤਰਾ ਹੈ। ਤਾਂ ਕਰਕੇ ਇਹਨਾਂ ਦੇ ਵਿਰੋਧ ਦੇ ਵਿੱਚ ਹਰ ਇੱਕ ਵਰਗ ਹੈ ਜਿਹੜਾ ਬੜਾ ਸੰਜੀਦਗੀ ਨਾਲ ਡਟਿਆ ਹੋਇਆ ਹੈ। ਸੋ ਸਾਡੇ ਕਲਾਕਾਰ ਭਾਈਚਾਰੇ ਵੱਲੋਂ ਮੈਂ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਕਿ ਨੌਜਵਾਨ ਨੇ ਜਿਹੜੇ ਵੱਡੀ ਗਿਣਤੀ 'ਚ ਮੈਨੂੰ ਮਿਲਦੇ ਨੇ। ਪਹਿਲਾਂ ਜਦੋਂ ਨੌਜਵਾਨ ਮਿਲਦੇ ਹੁੰਦੇ ਸੀ ਤਾਂ ਪੁੱਛਦੇ ਹੁੰਦੇ ਸੀ ਵੀ ਬਾਈ ਤੁਹਾਡਾ ਉਹ ਗਾਣਾ ਬਹੁਤ ਵਧੀਆ ਸੀ, ਤੁਹਾਡਾ ਆਹ ਗੀਤ ਵਧੀਆ ਸੀ, ਤੁਹਾਡੀ ਆਹ ਫਿਲਮ ਬਹੁਤ ਵਧੀਆ ਸੀ। ਅੱਜ ਕੱਲ੍ਹ ਨੌਜਵਾਨ ਪੰਜਾਬ ਜਾਗਿਆ, ਬਹੁਤ ਵੱਡੇ ਪੱਧਰ ਤੇ ਜਾਗਿਆ। ਜਿਹੜੇ ਪੰਜਾਬ ਨੂੰ ਇਹ ਕਹਿ ਕੇ ਭੰਡਿਆ ਗਿਆ ਸੀ ਕਿ ਇਹਨਾਂ ਦੀਆਂ ਨਾੜਾਂ 'ਚ ਚਿੱਟੇ ਦੀਆਂ ਸੂਈਆਂ ਰਹਿ ਗਈਆਂ, ਉਹ ਪੰਜਾਬ ਨੇ ਅੱਜ ਦਿਖਾਤਾ। ਇਹਨਾਂ ਦੇ ਬੈਰੀਗੇਟ ਪੱਟ ਕੇ ਤੋੜ ਕੇ ਇੱਥੇ ਆਏ ਨੇ ਕਿ ਅਸੀਂ ਅੱਜ ਵੀ ਆਪਦੇ ਹੱਕਾਂ ਦੇ ਲਈ ਉੱਦਾਂ ਹੀ ਖੜਦੇ ਹਾਂ। ਤਾਂ ਉਹ ਨੌਜਵਾਨ ਪੁੱਛਦੇ ਨੇ ਬਾਈ ਹੁਣ ਅੰਦੋਲਨ ਦਾ ਅੱਗੇ ਕੀ ਬਣੂਗਾ, ਕਦੋਂ ਕੋਈ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਆਊਗਾ, ਉਹਦੇ ਤੇ ਅਸੀਂ ਕਦੋਂ ਕਿਵੇਂ ਪਹੁੰਚਾਂਗੇ, ਤੁਹਾਡੇ ਕੀ ਪਲਾਨ ਨੇ। ਇੱਥੋਂ ਇਹ ਪਤਾ ਲੱਗਦਾ ਹੈ ਕਿ ਹਰ ਇੱਕ ਵਰਗ ਹੈ ਜਿਹੜਾ ਉਹ ਫਿਕਰਮੰਦ ਹੈ। ਜਦੋਂ ਅਸੀਂ ਪੰਜਾਬ ਚੋਂ ਚੱਲੇ ਸੀ ਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੇ ਇਹ ਕਿਹਾ ਸੀਗਾ
ਵੀ ਇਹ ਮੁੱਠੀ ਭਰ ਲੋਕ ਨੇ, ਪਾਕਿਸਤਾਨ ਦੇ ਏਜੰਟ ਨੇ, ਚਾਈਨਾ ਦੀ ਇਹਨਾਂ ਨੂੰ ਫੰਡਿੰਗ ਹੁੰਦੀ ਹੈ। ਤਾਂ ਪੰਜਾਬ ਤੁਰ ਪਿਆ, ਨਾਲ ਹਰਿਆਣਾ ਲੈ ਲਿਆ, ਬੈਰੀਗੇਡ ਤੋੜਦੇ ਹੋਏ ਜਦੋਂ ਦਿੱਲੀ ਪਹੁੰਚੇ ਆ। ਅੱਜ ਕਈ ਵਾਰੀ ਕਈ ਵੀਰ ਕਾਲੇ ਪੈ ਜਾਂਦੇ ਨੇ ਵੀ ਯਾਰ ਇੱਕ ਦੋ ਘਟਨਾਵਾਂ ਵਾਪਰੀਆਂ ਜਦੋਂ ਐਡੇ ਐਡੇ ਅੰਦੋਲਨ ਚੱਲਦੇ ਨੇ, ਸੁਭਾਵਿਕ ਤੌਰ ਤੇ ਉਹਨਾਂ ਦੇ ਵਿੱਚ ਉਤਰਾ ਚੜਾ ਆਉਣੇ ਜ਼ਰੂਰੀ ਨੇ, ਇਹ ਅੰਦੋਲਨ ਦਾ ਹੀ ਹਿੱਸਾ ਹੁੰਦਾ ਹੈ। ਪਰ ਕਈ ਵਾਰੀ ਕਈ ਲੋਕ ਘਬਰਾ ਜਾਂਦੇ ਨੇ ਵੀ ਬਾਈ ਹੁਣ ਅੱਗੇ ਕੀ ਬਣੂਗਾ, ਪਤਾ ਨਹੀਂ ਕੀ ਹੋਊਗਾ। ਮੈਂ ਇਹ ਦੱਸ ਦੇਣਾ ਚਾਹੁੰਦਾ ਕਿ 4 ਜਾਂ 5 ਮਹੀਨਿਆਂ ਦੇ ਵਿੱਚ ਵਿੱਚ ਇਸ ਅੰਦੋਲਨ ਨੇ ਐਡੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲੀਆਂ ਪੂਰੀ ਦੇਸ਼ ਦੁਨੀਆ ਦੇ ਵਿੱਚ। ਜਿਨ੍ਹਾਂ ਲੋਕਾਂ ਨੂੰ ਕਿਸਾਨ ਸ਼ਬਦ ਦਾ ਨਹੀਂ ਪਤਾ ਸੀ, ਅੱਜ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਕੀ ਚੀਜ਼ ਹੈ। ਆਪਦੇ ਹੱਕਾਂ ਦੇ ਲਈ ਏਸ਼ੀਆ ਦੇ ਵਿੱਚ ਭਾਰਤ ਹੈ ਜਿਹੜਾ ਉਹ ਡਟਿਆ ਹੋਇਆ ਹੈ। ਗੋਰੇ ਵੀ ਫਿਕਰਮੰਦ ਨੇ। ਕਿੰਨੀਆਂ ਮੁਲਕਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਇਹਨਾਂ ਬਿੱਲਾਂ ਦੇ ਉੱਤੇ ਬਹਿਸ ਹੋ ਚੁੱਕੀ ਹੈ। ਇਹ ਸਾਡੀ ਜਿੱਤ ਹੈ। ਜਦੋਂ ਉੱਥੋਂ ਟਰਾਲੀਆਂ ਚੋਂ ਪੰਜਾਬ ਚੋਂ ਚੱਲੇ ਸੀ ਤਾਂ 6-6 ਮਹੀਨੇ ਦਾ ਰਾਸ਼ਨ ਅਸੀਂ ਰੱਖ ਕੇ ਚੱਲੇ ਸੀ। ਹਲੇ ਮੈਨੂੰ ਲੱਗਦਾ 6 ਮਹੀਨੇ ਪੂਰੇ ਨਹੀਂ ਹੋਏ। ਤੇ ਦੁਨੀਆ ਦਾ ਕੋਈ ਬੰਦਾ ਨਹੀਂ ਐਸਾ ਜਿਹਨੂੰ ਇਸ ਅੰਦੋਲਨ ਦੇ ਬਾਰੇ ਨਾ ਪਤਾ ਹੋਵੇ। ਵੱਡੇ ਤੋਂ ਵੱਡਾ ਬੁੱਧੀਜੀਵੀ, ਵੱਡੇ ਤੋਂ ਵੱਡਾ ਫਨਕਾਰ ਕੱਲੇ ਭਾਰਤ ਦਾ ਨਹੀਂ, ਭਾਰਤ ਵਾਲੇ ਤਾਂ ਚਲੋ ਸਾਡੀ ਇਹ ਤਰਾਸਦੀ ਹੈ। ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣਾ ਰੋਲ ਮਾਡਲ ਮੰਨਦੇ ਹਾਂ, ਜਿਨ੍ਹਾਂ ਨੂੰ ਅਸੀਂ ਸਟਾਰ ਮੰਨਦੇ ਹਾਂ, ਜਿਨ੍ਹਾਂ ਨੂੰ ਹੁੱਬ ਕੇ ਜਿਨ੍ਹਾਂ ਦਾ ਨਾਂ ਲੈਂਦੇ ਆ, ਕਹਿੰਦੇ ਆ ਵੀ ਇਹ ਬਾਲੀਵੁੱਡ 'ਚ ਚਲੇ ਗਏ, ਪੰਜਾਬੀ ਹੈ, ਉਹਨਾਂ ਦੇ ਮੂੰਹੋਂ ਇੱਕ ਫੁੱਟਿਆ ਸ਼ਬਦ ਇਸ ਅੰਦੋਲਨ ਦੇ ਲਈ ਨਹੀਂ ਨਿਕਲਿਆ। ਪਰ ਜਿਹੜੇ ਗੋਰੇ ਨੇ, ਜਿਹੜੇ ਨਿਆਏ ਪਸੰਦ ਲੋਕ ਨੇ, ਇਨਸਾਨੀਅਤ ਨੂੰ ਪਿਆਰ ਕਰਦੇ ਨੇ, ਉਹ ਆ ਕੇ ਸਾਡੇ ਪੱਖ ਦੇ ਵਿੱਚ ਖੜੇ। ਇਹ ਇਸ ਅੰਦੋਲਨ ਦੀ ਇੱਕ ਵੱਡੀ ਜਿੱਤ ਹੈ। ਕਈ ਵਾਰੀ ਨੌਜਵਾਨ ਵੀਰ ਨੇ ਜਿਹੜੇ ਉਹ ਥੋੜਾ ਜਿਹਾ ਤੱਤਾ ਪ੍ਰੋਗਰਾਮ ਭਾਲਦੇ ਹੁੰਦੇ ਆ ਵੀ, ਕਿਉਂਕਿ ਜੇ ਗੱਲ ਸਮਝਦਾਰੀ ਦੀ ਕਰੀਏ, ਠਰਮੇ ਦੀ ਕਰੀਏ ਤਾਂ ਉਹ ਲੰਬਾ ਅਸਰ ਉਸ ਗੱਲ ਦਾ ਹੁੰਦਾ। ਜੇ ਅੱਜ ਇੱਥੇ ਤੱਤੇ ਨਾਰੇ ਲਾਈਏ ਜਾਂ ਇੱਕਦਮ ਕੋਈ ਤੱਤੀਆਂ ਗੱਲਾਂ ਕਰੀਏ, ਨੌਜਵਾਨਾਂ ਨੂੰ ਥੋੜੇ ਟਾਈਮ ਦੇ ਲਈ ਉਹ ਗੱਲਾਂ ਚੰਗੀਆਂ ਲੱਗ ਸਕਦੀਆਂ ਨੇ, ਪਰ ਜਿਹੜੇ ਉਹਦੇ ਆਉਣ ਵਾਲੇ ਸਿੱਟੇ ਨੇ ਉਹ ਬਹੁਤ ਖਤਰਨਾਕ ਹੁੰਦੇ ਨੇ। ਉਹ ਥੋੜੇ ਸਮੇਂ ਦੇ ਵਿੱਚ ਸੀਮਟ ਜਾਂਦੇ ਨੇ। ਸੋ ਅਗਲੇ ਜਿਹੜੇ ਵੀ ਪ੍ਰੋਗਰਾਮ ਨੇ, ਇਹ ਯਕੀਨਨ ਹੈ ਕਿ ਇਹ ਜੰਗ ਅਸੀਂ ਜਿੱਤਾਂਗੇ। ਇਹ ਬਿੱਲ ਰੱਦ ਹੋਣਗੇ। ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ, ਕਿਉਂਕਿ ਗੌਰਮੈਂਟਾਂ ਨੇ ਕਦੇ ਵੀ ਕਿਸਾਨਾਂ ਨੂੰ ਉਸ ਲੈਵਲ ਦੀ ਕੋਈ ਸਹੂਲਤ ਨਹੀਂ ਦਿੱਤੀ। ਨਾ ਤਾਂ ਕਿਸਾਨ ਦੇ ਪੁੱਤ ਵਾਸਤੇ ਕੋਈ ਨੌਕਰੀ ਹੈ, ਨਾ ਕੋਈ ਹੋਰ ਕੰਮਕਾਰ ਗੌਰਮੈਂਟਾਂ ਦਿੰਦੀਆਂ ਨੇ। ਤਾਂ ਲੈ ਦੇ ਕੇ ਸਾਡੇ ਕੋਲ ਕੱਲੀ ਖੇਤੀ ਹੀ ਰਹਿ ਜਾਂਦੀ ਹੈ। ਖੇਤੀ ਨੂੰ ਵੀ ਜੇ ਦੇਖ ਲਈਏ, ਕੋਈ ਇਹ ਪ੍ਰੋਫਿਟੇਬਲ ਮੈਨੂੰ ਲੱਗਦਾ ਕੰਮ ਅੱਜ ਦੀ ਰੇਟ 'ਚ ਨਹੀਂ ਰਿਹਾ। ਪਰ ਜ਼ਿਮੀਂਦਾਰਾਂ ਦਾ ਕੀ ਹੈ ਕਿ ਨਾਲ 2-4 ਮੱਝਾਂ ਰੱਖ ਲੀਆਂ, ਨਾਲ ਕੱਖ ਬੀਜ ਲਏ, ਤੂੜੀ ਬਚ ਗਈ, ਕਣਕ ਉੱਤੇ ਨਵੀਆਂ ਲਿਮਟਾਂ ਨਵੀਆਂ ਪੁਰਾਣੀਆਂ ਹੋ ਗਈਆਂ, ਆਈ ਚਲਾਈ ਸਾਡੇ ਪਰਿਵਾਰਾਂ ਦੀ ਚੱਲੀ ਜਾਂਦੀ ਹੈ। ਜੇ ਅਸੀਂ ਕਹਿ ਦਈਏ ਵੀ ਸਾਨੂੰ ਲੱਖਾਂ ਦੀ ਇਹਦੇ 'ਚੋਂ ਇਨਕਮ ਹੁੰਦੀ ਹੈ, ਉਹ ਨਹੀਂ ਹੁੰਦੀ। ਹੁਣ ਤਾਂ ਇਹ ਰੋਜ਼ੀ ਰੋਟੀ ਦਾ ਸਵਾਲ ਹੈ। ਜੇ ਕੋਈ ਨਹੀਂ ਵੀ ਕੋਈ ਸਰਕਾਰੀ ਨੌਕਰੀ ਲੱਗਿਆ, ਜਿਹਦੇ ਕੋਲ 2-4 ਕਿੱਲੇ ਜ਼ਮੀਨ ਦੇ ਨੇ, ਨਾਲ 2-4 ਮੈਸਾਂ ਰੱਖ ਲੈਂਦਾ, ਸ਼ਹਿਰ ਨੇੜੇ ਪੈ ਜਾਂਦਾ, ਦੁੱਧ ਪਾ ਲੈਂਦਾ, ਰੁਜ਼ਗਾਰ ਤੋਰੀ ਜਾਂਦਾ। ਜੇ ਗੌਰਮੈਂਟ ਇਹ ਬਿੱਲ ਲਾਗੂ ਕਰਕੇ ਉਹ ਜ਼ਮੀਨਾਂ ਵੀ ਸਾਡੇ ਤੋਂ ਖੋਹ ਕੇ ਲੈ ਗਈ ਤਾਂ ਫਿਰ ਸਾਡਾ ਮਸਲਾ ਹੈ ਜਿਹੜਾ ਰੋਜ਼ੀ ਰੋਟੀ ਦਾ ਬਣ ਜਾਣਾ। ਫਿਰ ਸਾਡੇ ਕੋਲ ਪਿੱਛੇ ਕੁਝ ਵੀ ਨਹੀਂ ਰਹਿਣਾ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹਨਾਂ ਖੇਤਾਂ ਦੇ ਨਾਲ ਸਾਡਾ ਇੱਕ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਹੈ। ਸਾਡੇ ਗੀਤ ਨੇ ਉਹ ਖੇਤਾਂ ਤੇ ਨਿਰਭਰ ਕਰਦੇ ਨੇ, ਫਸਲਾਂ ਤੇ ਨਿਰਭਰ ਕਰਦੇ ਨੇ। ਗਾਇਕੀ ਵੀ ਸਾਡੀ ਫਸਲਾਂ ਦੇ ਵਿੱਚੋਂ ਹੀ ਚੱਲਦੀ ਹੈ। ਜੇ ਅਸੀਂ ਆਰਟਿਸਟ ਬਣੇ ਆ ਤਾਂ ਇਹਨਾਂ ਤੇ ਜਿਹੜੇ ਸਾਡੇ ਮਾਪਿਆਂ ਨੇ ਪੈਸੇ ਕਮਾਏ ਸੀ, ਉਹ ਖੇਤੀਬਾੜੀ ਚੋਂ ਕਮਾਏ ਸੀ, ਤਾਂ ਉਹ ਸਾਡੇ ਤੇ ਲਾਏ ਨੇ, ਤਾਂ ਅਸੀਂ ਮੂਹਰੇ ਆਏ ਆ। ਇਹਨਾਂ ਖੇਤਾਂ ਦੇ ਨਾਲ ਸਾਡਾ ਉਹ ਇਤਿਹਾਸ ਜੁੜਿਆ ਜਿੱਥੇ ਅਸੀਂ ਆਪਣਾ ਬਚਪਨ ਹੰਢਾਇਆ, ਜਿਨ੍ਹਾਂ ਮੋਟਰਾਂ ਤੇ ਖੇਡ ਕੇ ਅਸੀਂ ਵੱਡੇ ਹੋਏ ਆ। ਇਹ ਗਰਮੀਆਂ ਦੇ ਦਿਨ ਨੇ, ਨੌਜਵਾਨ ਵੀਰਾਂ ਨੇ ਉਹ ਸਮਾਂ ਹੰਢਾਇਆ ਕਿ ਪਿੰਡ 'ਚ ਲਾਈਟ ਚਲੇ ਜਾਣੀ ਤਾਂ ਅਸੀਂ ਮੋਟਰ ਤੇ ਮੰਜਾ ਢਾਹ ਲੈਣਾ। ਤਾਂ ਉੱਥੇ ਗੱਲਾਂ ਬਾਤਾਂ ਹੁੰਦੀਆਂ ਸੀ। ਪਿਛਲੇ ਦਿਨਾਂ ਦਰਮਿਆਨ ਲੰਬੇ ਸਮੇਂ ਤੋਂ ਬਜ਼ੁਰਗਾਂ ਦੇ ਨਾਲ ਵਾਰਤਾਲਾਪ ਕਰਨ ਦਾ ਮੌਕਾ ਮਿਲਿਆ। ਬੜੇ ਲੋਕ ਕਹਿੰਦੇ ਨੇ ਜ਼ਮਾਨਾ ਬਦਲ ਗਿਆ। ਹੁਣ ਲੋਕ ਉਹ ਨਹੀਂ ਰਹੇ, ਜ਼ਮਾਨਾ ਨਹੀਂ ਬਦਲਿਆ, ਲੋਕ ਵੀ ਉਹੀ ਨੇ। ਚਲੋ ਸਮੇਂ ਦੇ ਨਾਲ ਚੱਲਣਾ ਇੱਕ ਬਹੁਤ ਚੰਗੀ ਗੱਲ ਹੈ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਆਪ ਟੈਕਨੋਲੋਜੀ ਦੇ ਗੁਲਾਮ ਹੋ ਗਏ। ਇੱਕ ਪਰਿਵਾਰ 'ਚ 7 ਮੈਂਬਰ ਨੇ ਤੇ 7 ਦੇ ਹੱਥਾਂ 'ਚ 8 ਮੋਬਾਈਲ ਹੋਣਗੇ, 10 ਵੀ ਹੋ ਜਾਣਗੇ, ਕਈ ਤਾਂ 2-2 3-3 ਵੀ ਰੱਖੀ ਬੈਠੇ ਐ। ਜੇ ਡਰਾਇੰਗ ਰੂਮ ਦੇ ਵਿੱਚ ਬੈਠੇ ਐ ਤਾਂ ਇੱਕ ਦੂਜੇ ਨਾਲ ਗੱਲ ਨਹੀਂ ਕਰਨਗੇ, ਮੋਬਾਈਲ ਦੇ ਵਿੱਚ ਬੜੇ ਰਹਿਣਗੇ। ਕਿਤੇ ਨਾ ਕਿਤੇ ਸਾਡੇ ਦੇ ਵਿੱਚ ਆਪਣੀਆਂ ਸਾਡੀਆਂ ਕਮੀਆਂ ਨੇ। ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਘੱਟ ਕਰਤੀਆਂ। ਪਿਛਲੇ ਦਿਨਾਂ ਦਰਮਿਆਨ ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਗਏ ਆ, ਬਹੁਤ ਬਜ਼ੁਰਗਾਂ ਨੂੰ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਮਿਲਿਆ। ਤਾਂ ਮੈਨੂੰ ਲੱਗਦਾ ਕਿ ਇਹਨਾਂ ਬਜ਼ੁਰਗਾਂ ਕੋਲੇ ਇੱਕ ਇਤਿਹਾਸ ਹੈ ਸਾਡਾ ਸਾਂਭਿਆ ਹੋਇਆ, ਜਿਹੜਾ ਅਸੀਂ ਇਹਨਾਂ ਤੋਂ ਗ੍ਰਹਿਣ ਕਰਨਾ ਤੇ ਅੱਗੇ
ਨਵੀਂ ਪੀੜ੍ਹੀ ਨੂੰ ਆਪਣੇ ਜਵਾਕਾਂ ਨੂੰ ਦੱਸਣਾ। ਜੇ ਅਸੀਂ ਨਹੀਂ ਸੁਣਾਂਗੇ ਤਾਂ ਅਸੀਂ ਅੱਗੇ ਆਪਦੇ ਜਵਾਕਾਂ ਨੂੰ ਕੁਝ ਨਹੀਂ ਦੱਸ ਸਕਦੇ। ਤਾਂ ਥੋੜਾ ਬਹੁਤਾ ਜਿਹੜਾ ਸਮਾਂ ਇਹਨਾਂ ਮੋਬਾਈਲਾਂ ਤੋਂ ਟੈਕਨੀਕਲ ਚੀਜ਼ਾਂ ਤੋਂ ਜ਼ਰੂਰੀ ਨੇ, ਪਰ ਇੰਨੀਆਂ ਵੀ ਜ਼ਰੂਰੀ ਨਹੀਂ ਵੀ ਸਾਡਾ ਇਹਨਾਂ ਬਿਨਾਂ ਸਰ ਨਹੀਂ ਸਕਦਾ। ਬਜ਼ੁਰਗਾਂ ਨੂੰ ਜ਼ਰੂਰ ਟਾਈਮ ਦਿਆ ਕਰੋ, ਉਹਨਾਂ ਦੀਆਂ ਗੱਲਾਂ ਸੁਣਿਆ ਕਰੋ। ਉਹਨਾਂ ਦੀਆਂ ਗੱਲਾਂ 'ਚ ਜ਼ਿੰਦਗੀ ਦੇ ਉਹ ਤੱਥ ਨੇ ਜਿਹੜੇ ਸਾਡੇ ਬਹੁਤ ਕੰਮ ਆਉਂਦੇ ਨੇ। ਤਾਂ ਆਪਾਂ ਮੁੜ ਕੇ ਇਸ ਅੰਦੋਲਨ ਤੇ ਆਈਏ। ਹਰ ਇੱਕ ਵਰਗ ਜਿੱਦਾਂ ਮੈਂ ਪਹਿਲਾਂ ਕਿਹਾ ਡਟਿਆ ਹੋਇਆ ਹੈ। ਅਗਲੇ ਜਿਹੜੇ ਵੀ ਜਥੇਬੰਦੀਆਂ ਦੇ ਪ੍ਰੋਗਰਾਮ ਆਉਂਦੇ ਨੇ, ਚਾਹੇ ਉਹ KMP, ਬੜੇ ਵੀਰ ਕਹਿ ਦਿੰਦੇ ਨੇ ਵੀ ਹੁਣ ਦੁਬਾਰੇ ਉਹ ਗੱਲ ਨਹੀਂ ਬਣਨੀ ਕਿਉਂਕਿ 26 ਤਰੀਕ ਨੂੰ ਇੱਕ ਐਸਾ ਬਖਰੇਵਾ ਪੈ ਗਿਆ, ਉਦੋਂ ਬਾਅਦ 'ਚ ਕਈ ਲੋਕਾਂ ਦੇ ਦਿਲ ਮੁੜ ਗਏ। ਪਰ ਮੈਂ ਇੱਥੇ ਉਹਨਾਂ ਗੱਲਾਂ ਨੂੰ, ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ, ਅੰਦੋਲਨ ਦੇ ਵਿੱਚ ਉਤਰਾਅ ਚੜਾਅ ਜ਼ਰੂਰ ਆਉਂਦੇ ਨੇ, ਪਰ ਅੱਜ ਤੁਸੀਂ ਇਸ ਮੰਚ ਤੋਂ ਮੈਂ ਇਹ ਗੱਲ ਕਹਿ ਕੇ ਚੱਲਿਆ ਕਿ ਜਥੇਬੰਦੀਆਂ ਜਿਹੜਾ ਵੀ ਪ੍ਰੋਗਰਾਮ ਦੇਣਗੀਆਂ, ਤੁਸੀਂ ਇੱਕ ਗੱਲ ਨੋਟ ਕਰ ਲਿਓ, 26 ਤੋਂ ਵੀ ਦੁੱਗਣਾ ਇਕੱਠ ਉਹਨਾਂ ਪ੍ਰੋਗਰਾਮਾਂ ਤੇ ਹੋਊਗਾ। ਚਾਹੇ ਅਸੀਂ ਉਹ ਸੰਸਦ ਵੱਲ ਕੂਚ ਕਰਨਾ ਹੈ, ਚਾਹੇ ਉਹ KMP ਰੋਕਿਆ ਸੀ ਉੱਥੇ ਵੀ ਇਕੱਠ ਬਹੁਤ ਸੀ, ਚਾਹੇ ਹੋਰ ਪ੍ਰੋਗਰਾਮ ਨੇ। ਬਸ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ, ਸਾਡੇ ਬਹੁਤ ਪਿਆਰੇ ਨੌਜਵਾਨ ਆਗੂ, ਸਾਡੇ ਵੱਡੇ ਵੀਰ ਹਰਮੀਤ ਕਾਦੀਆਂ ਜੀ, ਜਥੇਬੰਦੀਆਂ ਨੂੰ ਇਸ ਮੰਚ ਤੋਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਪ੍ਰੋਗਰਾਮ ਆਪ ਜੀ ਨੇ ਦੇਣਾ ਹੈ ਉਹ ਇੰਨਾ ਕੁ ਪਲੈਨਡ ਹੋਵੇ ਕਿ ਉਹਦੇ ਪਹਿਲਾਂ ਜਿੱਦਾਂ ਆਪਾਂ ਸੰਸਦ 'ਚ ਜਾਣਾ ਹੈ, ਹਲੇ ਆਪਣੇ ਕੋਲ ਮਹੀਨਾ ਡੇਢ ਮਹੀਨਾ ਪਿਆ, ਤਾਂ ਸਾਡੇ ਕੋਲੇ ਸਾਰੇ ਰੂਟ ਕਲੀਅਰ ਹੋਣ, ਉਸ ਮੈਪ ਕਲੀਅਰ ਹੋਵੇ ਵੀ ਅਸੀਂ ਕਿੱਥੇ ਜਾਣਾ ਹੈ, ਕਿਵੇਂ ਜਾਣਾ ਹੈ, ਕਿਵੇਂ ਨਹੀਂ ਜਾਣਾ। ਕਿਉਂਕਿ ਜੇ ਸਾਡੇ ਕੋਲ ਕੋਈ ਪਲਾਨ ਨਹੀਂ ਹੋਊਗਾ, ਕੋਈ ਰੂਟ ਨਹੀਂ ਹੋਊਗਾ, ਤਾਂ ਫਿਰ ਉਹ 26 ਵਾਲਾ ਕੰਮ ਹੀ ਹੋਊਗਾ। ਗਵਰਨਮੈਂਟ ਤਾਂ ਚਾਹੁੰਦੀ ਹੈ, ਉਦੋਂ ਬਾਅਦ 'ਚ ਕੀ ਹੋਊਗਾ, ਦੂਸ਼ਣਬਾਜ਼ੀ ਸ਼ੁਰੂ ਹੋ ਜੂਗੀ, ਫਲਾਣੇ ਨੇ ਆਹ ਕਰਤਾ, ਟਮਕਾਣੇ ਨੇ ਆਹ ਕਰਤਾ। ਵੀਰੋ, ਆਪਾਂ ਇਹ ਗੱਲਾਂ ਨੂੰ ਥੱਲੇ ਦੱਬ ਕੇ ਆਪਣਾ ਇੱਕੋ ਹੀ ਇੱਕ ਫੋਕਸ ਰੱਖੀਏ ਕਿ ਕਿਸਾਨੀ ਆਪਣੀ ਖੁਸ਼ਹਾਲ ਰੱਖਣੀ ਹੈ, ਨਾ ਬਿੱਲਾਂ ਨੂੰ ਰੱਦ ਕਰਾਉਣਾ। ਮਾੜੇ ਮੋਟੇ ਬਖਰੇਵੇਂ ਨੇ ਜਿਹੜੇ ਉਹ ਸਭ ਦੇ ਵਿੱਚ ਹੋ ਜਾਂਦੇ ਨੇ, ਕਿਉਂਕਿ ਸਭ ਦੀ ਜਿਹੜੀ ਵਿਚਾਰਧਾਰਾ ਹੈ ਕਦੇ ਵੀ ਨਹੀਂ ਮਿਲਦੀ, ਪਰ ਆਪਾਂ ਉਹਨਾਂ ਵਖਰੇਵਿਆਂ ਨੂੰ ਪਿੱਛੇ ਰੱਖ ਕੇ ਹੈਲੋ ਹਾਂਜੀ, ਪਹਿਲਾਂ ਆਪਾਂ ਇਹ ਅੰਦੋਲਨ ਜਿੱਤਣਾ ਹੈ, ਉਦੋਂ ਬਾਅਦ ਜਿਹੜੇ ਮਾਨ ਮਟੋਬ ਮਾੜੇ ਮੋਟੇ ਹੈਗੇ ਨੇ ਉਹ ਸਾਰੇ ਕਲੀਅਰ ਹੋ ਜਾਣਗੇ। ਸੋ ਜਦੋਂ ਤੱਕ ਇਹ ਅੰਦੋਲਨ ਚੱਲੂਗਾ, ਹਰ ਵਾਰ ਪੰਜਾਬ 'ਚ ਵੀ ਜਿਹੜੀ ਵੀ ਸਟੇਜ ਤੇ ਗਏ ਆ, ਚਾਹੇ ਸਾਡੇ ਤੇ ਬੜਾ ਪ੍ਰੈਸ਼ਰ ਵੀ ਆਇਆ ਪਿਛਲੇ ਦਿਨਾਂ 'ਚ। ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਕਿ ਸਾਡੇ ਏਕੇ ਨੇ ਹੀ ਸਾਨੂੰ ਜਿਤਾਉਣਾ ਹੈ। ਪਿਛਲੇ ਦਿਨਾਂ 'ਚ ਤੁਸੀਂ ਖਬਰ ਸੁਣੀ ਹੋਊਗੀ ਕਿ ਲੱਖੇ ਸਿਧਾਣੇ ਵੀਰ ਦਾ ਭਰਾ ਜਿਹੜਾ ਉਹ ਚੱਕ ਕੇ ਲੈ ਗਏ ਪੁਲਿਸ ਵਾਲੇ ਤੇ ਉਹਦੇ ਤੇ ਤਸ਼ੱਦਦ ਕੀਤਾ, ਉਹਨੂੰ ਛੱਡਿਆ ਏ। ਨੌਜਵਾਨ ਵੀਰਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੂੰਗਾ ਕਿ ਆਪਣੇ ਨੇੜੇ ਤੇੜੇ ਕੋਈ ਵੀ ਐਦਾਂ ਦਾ ਤੁਹਾਨੂੰ ਲੱਗਦਾ ਕਿ ਸ਼ੱਕੀ ਕੋਈ ਹੋ ਰਿਹਾ, ਜਾਂ ਕੋਈ ਬਾਹਰਲੇ ਨੰਬਰ ਦੀ ਗੱਡੀ ਪੰਜਾਬ 'ਚ ਆਉਂਦੀ ਹੈ, ਜਾਂ ਕਿਸੇ ਨੌਜਵਾਨ ਨੂੰ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ, ਤਾਂ ਏਕਾ ਰੱਖੋ, ਉੱਥੇ ਇਕੱਠੇ ਹੋ, ਕਿਉਂਕਿ ਜੇ ਅਸੀਂ ਇੱਕ ਹੋਵਾਂਗੇ ਤਾਂ ਹੀ ਇਹ ਅੰਦੋਲਨ ਜਿੱਤ ਸਕਾਂਗੇ। ਏਕੇ ਦੇ ਵਿੱਚ ਹੀ ਤਾਕਤ ਹੈ। ਜੇ ਇਕੱਲੇ ਇਕੱਲੇ ਹੋਵਾਂਗੇ, ਜੇ ਸੋਚਾਂਗੇ ਯਾਰ ਮੈਂ ਕੀ ਲੈਣਾ, ਤਾਂ ਇੱਥੇ ਕੱਲ ਨੂੰ ਸਾਡਾ ਵੀ ਨੰਬਰ ਲੱਗ ਸਕਦਾ, ਫਿਰ ਖੜਨਾ ਸਾਡੇ ਨਾਲ ਵੀ ਕਿਸੇ ਨੇ ਨਹੀਂ। ਸੋ ਜਿਹੜਾ ਇਹ ਗਵਰਨਮੈਂਟ ਤਸ਼ੱਦਦ ਕਰ ਰਹੀ ਹੈ, ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਸੂਬਿਆਂ ਦੇ ਅਧਿਕਾਰ ਨੇ, ਦੂਜੇ ਸੂਬੇ ਦੀ ਪੁਲਿਸ ਪੰਜਾਬ 'ਚ ਜਾ ਕੇ ਕਿਸੇ ਵੀ ਵਿਅਕਤੀ ਨੂੰ ਜਾਂ ਕਿਸੇ ਵੀ ਨੌਜਵਾਨ ਨੂੰ ਇਦਾਂ ਨਹੀਂ ਚੱਕ ਸਕਦੀ। ਉਹਨੂੰ ਪਹਿਲਾਂ ਲੋਕਲ ਥਾਣੇ ਦੇ ਵਿੱਚ ਰਿਪੋਰਟ ਦੇਣੀ ਪੈਂਦੀ ਹੈ, ਉੱਥੋਂ ਪੁਲਿਸ ਵਾਲੇ ਨਾਲ ਲਿਜਾਣੇ ਪੈਂਦੇ ਨੇ। ਪੰਜਾਬ ਸਰਕਾਰ ਨੂੰ ਵੀ ਜੇ ਉਹ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅੰਦੋਲਨ ਦੇ ਨਾਲ ਆ, ਤਾਂ ਬਣਦੀ ਜਿਹੜੀ ਕਾਰਵਾਈ ਹੈ ਇਹ ਕਰਨੀ ਚਾਹੀਦੀ ਹੈ। ਜੇ ਇਦਾਂ ਹੀ ਸਾਡੇ ਨੌਜਵਾਨਾਂ ਨੂੰ ਚੱਕ ਚੱਕ ਕੇ ਸੈਂਟਰ ਵਾਲੇ ਲੈ ਕੇ ਜਾਂਦੇ ਰਹੇ ਤਾਂ ਕੱਲ ਨੂੰ ਬਹੁਤ ਦਿੱਕਤ ਸਾਡੇ ਸਾਹਮਣੇ ਆ ਜਾਊਗੀ। ਫਿਰ ਅਸੀਂ ਸੜਕਾਂ ਤੇ ਉਤਰਾਂਗੇ, ਵੱਡੇ ਪੱਧਰ ਤੇ ਨੌਜਵਾਨ। ਇਸ ਸਬੰਧ ਵਿੱਚ ਵੀ ਮੈਂ ਜਥੇਬੰਦੀਆਂ ਨੂੰ ਕਹੂੰਗਾ ਕਿ ਕੋਈ ਵੱਡਾ ਐਕਸ਼ਨ ਲਿਆ ਜਾਵੇ, ਗਵਰਨਮੈਂਟ ਨਾਲ ਗੱਲਬਾਤ ਦਾ ਰਾਹ, ਕਿਉਂਕਿ ਪਿਛਲੇ 2.5-3 ਮਹੀਨੇ ਤੋਂ ਜਿਹੜੀ ਗੱਲਬਾਤ ਹੈ ਸਰਕਾਰ ਨਾਲ ਉਹ ਟੋਟਲ ਹੀ ਬੰਦ ਹੋ ਚੁੱਕੀ ਹੈ। ਕੋਈ ਨਾ ਕੋਈ ਐਸਾ ਪ੍ਰੋਗਰਾਮ ਲੀਕਿਆ ਜਾਵੇ, ਕੋਈ ਬੁੱਧੀਜੀਵੀ ਜਾਂ ਜਥੇਬੰਦੀਆਂ ਦੇ ਮੈਂਬਰ ਸਾਹਿਬਾਨ ਉੱਥੇ ਭੇਜੇ ਜਾਣ ਜਿਹੜਾ ਦੁਬਾਰੇ ਗੱਲਬਾਤ ਦਾ ਰਾਹ ਖੁੱਲ ਸਕੇ, ਜਾਂ ਕੋਈ ਪ੍ਰੋਗਰਾਮ ਐਸਾ ਦਿੱਤਾ ਜਾਵੇ ਕਿ ਗਵਰਨਮੈਂਟ ਮਜਬੂਰ ਹੋ ਜਾਵੇ ਦੁਬਾਰੇ ਗੱਲਬਾਤ ਕਰਨ ਨੂੰ, ਸਾਨੂੰ ਬੁਲਾਵੇ। ਕਿਉਂਕਿ ਇਦਾਂ ਬੈਠੇ ਅਸੀਂ ਸਾਲ ਵੀ ਰਵਾਂਗੇ, ਪਰ ਫਿਰ ਵੀ ਅਸੀਂ ਇਹ ਅੰਦੋਲਨ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਜਿੱਤਣਾ ਹੈ। ਬਹੁਤ ਲੋਕਾਂ ਦਾ ਮਨੋਬਲ ਵੀ ਟੁੱਟ ਜਾਂਦਾ, ਪਰ ਮਨੋਬਲ ਨਹੀਂ ਤੋੜਨਾ। ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜਦੋਂ ਤੱਕ ਵੀ, ਜਿੱਥੇ ਤੱਕ ਵੀ ਇਹ ਅੰਦੋਲਨ ਚੱਲੂਗਾ, ਉੱਥੇ ਤੱਕ ਮੋਢੇ ਨਾਲ ਮੋਢਾ ਲਾ ਕੇ ਪਹਿਲੇ ਦਿਨ ਤੋਂ ਖੜੇ ਆ। ਬੇਸ਼ੱਕ ਗਵਰਨਮੈਂਟਾਂ ਨੇ ਬੜੇ ਫੋਨ ਕੀਤੇ, ਬੜੇ ਡਰਾਵੇ ਦਿੱਤੇ ਕਿ ਤੁਹਾਡਾ ਭਾਈ ਕੈਰੀਅਰ ਹੈ, ਤੁਹਾਨੂੰ ਕੱਲ ਨੂੰ ਫਿਲਮਾਂ 'ਚ ਨਹੀਂ ਜਾਣ ਦੇਵਾਂਗੇ, ਤੁਹਾਨੂੰ ਬੰਬੇ ਨਹੀਂ ਜਾਣ ਦੇਵਾਂਗੇ, ਜਾਂ ਤੁਹਾਡੇ ਕੰਮਕਾਰ 'ਚ ਵਿਘਨ ਪਾਵਾਂਗੇ। ਤਾਂ ਸਾਡੇ ਲਈ ਪਹਿਲਾਂ ਕਿਸਾਨੀ ਹੈ, ਪੰਜਾਬ ਦੇ ਲੋਕ ਨੇ,
साडे भरा ने, सानू फिल्मां मिलन ना मिलन सानू कोई फर्क नहीं पैंदा, सानू बॉम्बे वाले बुलाउण ना बुलाउण सानू कोई फर्क नहीं पैंदा। असीं इस अंदोलन दे मोढे नाल मोढा ला के खड़े हाँ। जे कलाकार ना भी हुंदे तां किसान तां हैगे ही आ, खड़े हाँ, जदों तक जितदे नहीं खड़े रहांगे। सो अखीर दे विच जांदा जांदा दो बोल मैं अपने गीत दे, जिहड़ा साडा गीत किसान एंथम आया सी, समुची इंडस्ट्री ने सारे कलाकार भरावां ने ਉਹ रल के गीत गाया सी, ਉਹਨੂੰ ਤੁਸੀਂ बड़ा मान बख्शिया, बड़ा सत्कार बख्शिया। ਉਹਦੇ दो बोल मैं जांदा जांदा जरूर ਤੁਹਾਡੇ ਨਾਲ ਸਾਂਝੇ ਕਰੂੰਗਾ। ਤੇ ਸਾਡਾ ਉਹ ਗੀਤ ਸੀਗਾ ਕਿ ਲੰਗਰਾਂ ਦੇ ਵਿੱਚ ਸਾਡੇ ਪੀਜੇ ਸੁਣੇ ਹੋਣਗੇ, ਲੱਗਦੇ ਕੈਨੇਡਾ ਦੇ ਆ ਬੀਜੇ ਸੁਣੇ ਹੋਣਗੇ। ਜਦੋਂ ਇੱਥੇ ਅਸੀਂ ਪੀਜ਼ਿਆਂ ਦਾ ਲੰਗਰ ਲਾਇਆ ਉਸ ਗੱਲ ਤੇ ਵੀ ਕਿੰਤੂ ਕਰਤਾ ਕਿ ਇਹਨਾਂ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਨੇ, ਇਹ ਪੀਜ਼ਿਆਂ ਦਾ ਲੰਗਰ ਲਾਉਂਦੇ ਨੇ। ਤਾਂ ਮੈਂ ਦੱਸ ਦੇਣਾ ਚਾਹੁੰਦਾ ਜਿਹੜੇ ਸਾਡੇ ਬਾਹਰ ਪਰਦੇਸੀ ਭਰਾ ਬੈਠੇ ਨੇ ਉਹ ਪੰਜਾਬ ਲਈ ਦਿਨ ਪਰ ਰਾਤ ਇੰਨੇ ਫਿਕਰਮੰਦ ਰਹਿੰਦੇ ਨੇ। ਪੈਸਿਆਂ ਦੇ ਨਾਲ ਤਾਂ ਉਹ ਸਾਡੀ ਮਾਲੀ ਮਦਦ ਤਾਂ ਕਰਦੇ ਹੀ ਕਰਦੇ ਨੇ, ਭਾਵਨਕ ਤੌਰ ਤੇ ਵੀ, ਵਿਚਾਰਧਾਰਾ ਦੇ ਤੌਰ ਤੇ ਵੀ ਉਹਨਾਂ ਦਾ ਜਿਹੜਾ ਦਿਮਾਗ ਹੈ, ਉਹਨਾਂ ਦਾ ਜਿਹੜਾ ਦਿਲ ਹੈ ਇਸ ਅੰਦੋਲਨ ਦੇ ਵਿੱਚ 24 ਘੰਟੇ ਧੜਕਦਾ ਹੈ। ਦੋ ਟਾਈਮ ਤੁਹਾਡੇ ਵੀ ਬਹੁਤਿਆਂ ਦੇ ਪੁੱਤ ਉਹਨਾਂ ਮੁਲਕਾਂ 'ਚ ਰਹਿੰਦੇ ਨੇ, ਭਰਾ ਉਹਨਾਂ ਮੁਲਕਾਂ 'ਚ ਰਹਿੰਦੇ ਨੇ। ਕੋਈ ਕਿਸੇ ਦਾ ਵਿਆਹ ਹੋਵੇ ਉਦੋਂ ਕੋਈ ਫੋਨ ਨਹੀਂ ਕਰਦਾ ਕਿਉਂਕਿ ਪਰਦੇਸੀਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਬਿਜ਼ੀ ਹੁੰਦੀ ਹੈ। ਪਰ ਇਸ ਅੰਦੋਲਨ ਦਾ ਹਾਲ ਚਾਲ ਉਹ ਸਵੇਰ ਸ਼ਾਮ ਫੋਨ ਕਰਕੇ ਪੁੱਛਦੇ ਆ। ਅੱਜ ਦੀ ਡੇਟ 'ਚ ਕੋਈ ਫੋਨ ਕਰਕੇ ਇਹ ਨਹੀਂ ਪੁੱਛਦਾ ਵੀ ਡੈਡੀ ਦਾ ਕੀ ਹਾਲ ਚਾਲ ਹੈ, ਮੰਮੀ ਦਾ ਕੀ ਹਾਲ ਚਾਲ ਹੈ। ਪਹਿਲਾਂ ਸਾਡੇ ਭਰਾ ਬਾਹਰੋਂ ਫੋਨ ਕਰਦੇ ਨੇ, ਭੈਣਾਂ ਫੋਨ ਕਰਦੀਆਂ ਨੇ, ਉਹ ਇਹ ਪੁੱਛਦੀਆਂ ਨੇ ਵੀ ਭਾਈ ਅੰਦੋਲਨ ਦੇ ਵਿੱਚ ਕੀ ਬਣ ਰਿਹਾ ਹੈ। ਸਾਡੇ ਵੱਡੇ ਨੇ ਬਹੁਤ ਉੱਥੇ, ਉਹਨਾਂ ਦੇ ਫੋਨ ਆਉਂਦੇ ਨੇ, ਉਹ ਪੁੱਛ ਰਹੇ ਨੇ ਕਿ ਕਿਸੇ ਹੱਦ ਤੱਕ ਗੱਲ ਲੱਗੂਗੀ, ਅਸੀਂ ਕਿੱਥੇ ਤੱਕ ਪਹੁੰਚੇ ਹਾਂ। ਸੋ ਅਸੀਂ ਬਾਹਰਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਪੰਜਾਬ ਜੇ ਸਰਵਾਈਵ ਕਰ ਰਿਹਾ ਤਾਂ ਉਹਨਾਂ ਪਰਦੇਸੀ ਵੀਰਾਂ ਕਰਕੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਉਸ ਗੀਤ ਦੇ ਬੋਲ ਮੈਂ ਤੁਹਾਡੇ ਰੂਬਰੂ ਕਰਦਾ ਕਿ ਲੰਗਰਾਂ ਦੇ ਵਿੱਚ ਸਾਡੇ ਪੀਜੇ ਸੁਣੇ ਹੋਣਗੇ, ਲੱਗਦੇ ਕੈਨੇਡਾ ਦੇ ਐ ਬੀਜੇ ਸੁਣੇ ਹੋਣਗੇ। ਬੈਰੀਗੇਟਾਂ ਪਿੱਛੇ ਘੇਰ ਦੂਜਾ ਹੋਣਾ ਸੁਣਿਆ ਤੇ ਔਨ ਰੋਡ ਪਾਉਂਦੇ ਚੌਥੇ ਤੀਜੇ ਸੁਣੇ ਹੋਣਗੇ। ਤਵੀ ਤੇ ਛਵੀ ਸਾਡੀ ਸਾਫ਼ ਸੁਣੀ ਹੋਊਗੀ, ਦੱਬ ਲੈਂਦੇ ਦਿੱਲੀ ਰਾਤੋਂ ਰਾਤ ਸੁਣੀ ਹੋਊਗੀ। ਲੀਡਰਾਂ ਦੇ ਮੂੰਹੋਂ ਅੱਤਵਾਦੀ ਸੁਣੇ ਹੋਣਗੇ ਤੇ BBC ਤੇ ਮੰਗਦੇ ਆਜ਼ਾਦੀ ਸੁਣੇ ਹੋਣਗੇ। ਬਾਰੀ ਲੋਟ ਧਰਨੇ ਤੇ ਆਉਂਦੇ ਵੀਕਲੀ, ਮਾਮੇ ਮਾਸੀਆਂ ਦੇ ਸਾਡੇ ਮੁੰਡੇ ਦਿੱਲੀਏ। ਤੂੰ ਦੱਸੀ ਸਾਡੇ ਬਾਰੇ ਕੀ ਸੁਣਿਆ, ਕਿਸਾਨ ਸੁਣਿਆ ਜਾਂ ਫਿਰ ਗੁੰਡੇ ਦਿੱਲੀਏ। ਮੰਨਿਆ ਸੋਚਾਂ ਤੋਂ ਵੱਖਵਾਦੀ ਦਿੱਲੀਏ, ਕਿਸਾਨ ਸੁਣਿਆ ਜਾਂ ਅੱਤਵਾਦੀ ਦਿੱਲੀਏ। ਸੋ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ ਹੈ ਤਾਂ ਸਾਨੂੰ ਅੱਤਵਾਦੀਆਂ ਦਾ ਖਿਲਾਫਤ ਦੇ ਦਿੱਤੀ ਗਈ ਹੈ, ਅੱਤਵਾਦੀਆਂ ਦੇ ਟੈਗ ਦੇ ਦਿੱਤੇ ਗਏ ਨੇ। ਕੋਈ ਫਰਕ ਨਹੀਂ ਪੈਂਦਾ। ਵੱਡੇ ਪੱਧਰ ਤੇ ਇੱਕ ਤੁਹਾਡੇ ਨਾਲ ਜਾਂਦਾ ਜਾਂਦਾ ਵਾਕਿਆ ਸ਼ੇਅਰ ਕਰੂੰਗਾ। ਇੱਕ ਦਿਨ ਮੈਂ ਕਿਸੇ ਸਟੇਜ ਤੇ ਸੀ, ਉੱਥੇ 4 ਸਾਲ ਦਾ ਇੱਕ ਬੱਚਾ ਮੇਰੇ ਕੋਲ ਆ ਗਿਆ ਤੇ ਮੈਂ ਉਹਨੂੰ ਇਹ ਪੁੱਛ ਲਿਆ ਕਿ ਬੇਟਾ, ਉਹਦੇ ਹੱਥ 'ਚ ਤਖਤੀ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। 4 ਸਾਲ ਜਿਹੜੀ ਉਮਰ ਹੈ, ਤੁਸੀਂ ਆਪਣੇ ਆਪ ਸੋਚ ਕੇ ਦੇਖੋ ਕਿ ਉਸ ਜਵਾਕ ਨੂੰ ਕੁਝ ਨਹੀਂ ਪਤਾ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ ਕੀ ਨਹੀਂ ਹੋ ਰਿਹਾ। ਜਾਂ ਤਾਂ ਉਹਨੂੰ ਆਪਣਾ ਮਾਂ ਕਹਿਣਾ ਆਉਂਦਾ ਜਾਂ ਉਹਨੂੰ ਕੋਈ ਆਪਾਂ ਟੌਫੀ ਦੇ ਦੀ ਉਹਨੂੰ ਉਹਦਾ ਲਾਲਚ ਹੁੰਦਾ। ਮੈਂ ਉਸ ਬੱਚੇ ਨੂੰ ਪੁੱਛਿਆ ਕਿ ਜਿਹੜੀ ਇਹ ਤਖਤੀ ਤੇਰੇ ਹੱਥ ਦੇ ਵਿੱਚ ਫੜੀ ਹੈ ਤੈਨੂੰ ਇਸ ਦਾ ਮਤਲਬ ਪਤਾ ਕੀ ਹੈ? ਉਹ ਕਹਿੰਦਾ ਹਾਂ, ਇੱਕ ਮੋਦੀ ਨਾਂ ਦਾ ਕੋਈ ਬੰਦਾ ਜਿਹੜਾ ਸਾਡੀਆਂ ਜ਼ਮੀਨਾਂ ਖੋਹ ਰਿਹਾ। ਸੋ ਇਹ ਮਾਨਸਿਕਤਾ ਅੱਜ ਪੰਜਾਬ ਦੇ ਛੋਟੇ ਛੋਟੇ ਜਵਾਕਾਂ ਤੋਂ ਲੈ ਕੇ ਵੱਡਿਆਂ ਬਜ਼ੁਰਗਾਂ ਤੱਕ ਵੀ ਬੜੇ ਵੀਡੀਓ ਵਾਇਰਲ ਹੁੰਦੇ ਨੇ ਸੋਸ਼ਲ ਮੀਡੀਆ ਤੇ। ਕੋਈ 90 ਸਾਲ ਦਾ ਬਜ਼ੁਰਗ ਇਹ ਕਹਿ ਰਿਹਾ ਵੀ ਹੁਣ ਅਸੀਂ ਵਾਪਸ ਤਾਂ ਨਹੀਂ ਆਉਂਦੇ, ਜੇ ਸਾਡੇ ਤੇ ਗੋਲੀਆਂ ਵੀ ਚਲਾਉਣਗੇ ਤਾਂ ਸਾਡੇ ਨੌਜਵਾਨਾਂ ਨਾਲੋਂ ਪਹਿਲਾਂ ਸਾਡੀਆਂ ਛਾਤੀਆਂ ਉਹਨਾਂ ਦੇ ਮੂਹਰੇ ਆਉਣਗੀਆਂ। ਸੋ ਇਹ ਸ਼ਿੱਦਤ, ਇਹ ਜਨੂਨ ਵਾਹਿਗੁਰੂ ਐਦਾਂ ਹੀ ਬਰਕਰਾਰ ਰੱਖੇ। ਪੰਜਾਬ ਦਾ, ਹਰਿਆਣੇ ਦਾ ਬਹੁਤ ਵੱਡਾ ਇਸ ਅੰਦੋਲਨ ਦੇ ਵਿੱਚ ਯੋਗਦਾਨ ਹੈ। ਸਾਡੇ ਵੀਰ ਨੇ, ਪਹਿਲਾਂ ਪੰਜਾਬ ਹੀ ਹੁੰਦਾ ਸੀ, ਚਲੋ ਵੱਖ ਹੋ ਗਏ, ਪਰ ਵੱਡਾ ਯੋਗਦਾਨ ਹਰਿਆਣੇ ਦਾ ਇਸ ਅੰਦੋਲਨ ਦੇ ਵਿੱਚ ਮੌਜੂਦਾ ਵੀ ਚੱਲ ਰਿਹਾ ਵੀ ਹੈ। ਪਿੱਛੇ ਯੂਪੀ ਵਾਲਿਆਂ ਦਾ, ਹਰ ਇੱਕ ਵਰਗ, ਸਾਰਾ ਭਾਰਤ ਅੱਜ ਪੰਜਾਬ ਨੇ ਜਿਹੜੀ ਸ਼ੁਰੂਆਤ ਹੈ ਇਹ ਪੰਜਾਬ ਨੇ ਕੀਤੀ ਸੀ, ਇਹ ਪੰਜਾਬ ਦੇ ਹਿੱਸੇ ਆਊਗੀ। ਸਭ ਨੂੰ ਨਾਲ ਲੈ ਕੇ ਚੱਲਿਆ। ਤੁਹਾਡੇ ਸਭ ਦੇ ਹੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਵਾਹਿਗੁਰੂ ਕੋਲੇ। 2 ਟਾਈਮ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ, ਵੈਸੇ ਤਾਂ ਪੰਜਾਬ ਦੀ ਧਰਤੀ ਹੀ ਗੁਰੂਆਂ ਪੀਰਾਂ ਦੀ ਧਰਤੀ ਹੈ, ਸਾਰੇ ਹੀ ਮੰਨਦੇ ਹਾਂ, ਪਰ ਫਿਰ ਵੀ ਸਾਡੇ ਮਾਪਿਓ ਨੇ ਸਾਨੂੰ ਇਹ ਸਿਖਾਇਆ ਕਿ ਜਦੋਂ ਦੋਨੋਂ ਹੀ ਹੱਥ ਖੜੇ ਹੋ ਜਾਣ, ਪਿੱਛੇ ਕੁਝ ਵੀ ਨਾ ਬਚੇ, ਤਾਂ 2 ਹੀ ਅੱਖਾਂ ਬੰਦ ਕਰਕੇ 2 ਹੀ ਹੱਥ ਜੋੜ ਕੇ ਵਾਹਿਗੁਰੂ ਅੱਗੇ ਅਰਦਾਸ ਕਰੋ। ਸਾਡੇ ਬਜ਼ੁਰਗ ਬੈਠੇ ਨੇ, 2 ਟਾਈਮ ਦੇ ਨਿਤਨੇਮੀ ਨੇ, ਸਾਡੀਆਂ ਮਾਵਾਂ ਬੈਠੀਆਂ ਨੇ। ਮੈਂ ਜਾਂਦਾ ਜਾਂਦਾ ਜ਼ਰੂਰ ਬੇਨਤੀ ਕਰੂੰਗਾ ਕਿ 2 ਟਾਈਮ ਜ਼ਰੂਰ
ਤੁਸੀਂ ਅਰਦਾਸ ਕਰਿਆ ਕਰੋ ਕਿ ਇਹ ਅੰਦੋਲਨ ਅਸੀਂ ਜਲਦੀ ਤੋਂ ਜਲਦੀ ਜਿੱਤੀਏ ਤੇ ਜਿਹੜੇ ਵੀ ਵੀਰ ਇਹ ਅੰਦੋਲਨ ਲੜ ਰਹੇ ਨੇ, ਸਾਡੀਆਂ ਮਾਵਾਂ ਇੱਥੇ ਸੇਵਾ ਕਰ ਰਹੀਆਂ ਨੇ, ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ, ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਆ। ਇੰਨੀ ਮੇਰੇ ਵੱਲੋਂ ਹਾਜ਼ਰੀ ਪ੍ਰਵਾਨ ਕਰਿਓ। ਭੁੱਲ ਚੁੱਕ ਗਲਤੀ ਦੀ ਖਿਮਾ ਚਾਹੁੰਦੇ ਆ, ਤੁਹਾਡੇ ਤੋਂ ਛੋਟੇ ਆ, ਜੇ ਕੋਈ ਸ਼ਬਦ ਇੱਧਰ ਉੱਧਰ ਹੋ ਗਿਆ ਤਾਂ ਮਾਫੀ ਚਾਹੁੰਦੇ ਆ। ਇੱਕ ਵਾਰੀ ਜਾਂਦੇ ਜਾਂਦੇ ਇੱਕ ਨਾਰਾ ਲਾ ਕੇ ਤੁਹਾਡੇ ਤੋਂ ਆਗਿਆ ਚਾਹਾਂਗੇ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਸੰਯੁਕਤ ਮੋਰਚਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਤੋਂ ਵਿਸਾਖੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ।